ਲੜੀਵਾਰ ਅੰਦਾਜ਼ਨ 13-14 ਦਿਨ ਤੋਂ ਮੂਲ ਮੰਤਰ ਦੀ ਵਿਚਾਰ ਉਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਅੱਜ ਸਮਾਪਤੀ ਕਰਨ ਲੱਗਿਆਂ ਸਿਰਫ ਵਿਚਾਰ ਦੀ ਆਪਣੀ ਤਰਫੋਂ ਮੂਲ ਮੰਤਰ ਆਪਣੀ ਥਾਂ ਤੇ ਮੌਜੂਦ ਹੈ ਔਰ ਵਿਚਾਰ ਸਾਗਰ ਦੀ ਤਰ੍ਹਾਂ ਇਹ ਚੱਲਦੀ ਰਹੇਗੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਵਾਕ ਪ੍ਰਗਟ ਹੋਇਆ, ਇੱਕ ਦੁਬਿਧਾ ਮਿਟ ਗਈ, ਮਨ ਇੱਕ ਹੋ ਗਿਆ, ਸਮੁੱਚਾ ਬ੍ਰਹਿਮੰਡ ਇੱਕ ਦਿਖਾਈ ਦੇਣ ਲੱਗਾ। ਔਰ ਮੈਂ ਪਹਿਲੇ ਵੀ ਅਰਜ਼ ਕੀਤੀ, ਸਭ ਕੁਝ ਜੁੜਿਆ ਹੋਇਆ, ਟੁਕੜੇ ਟੁਕੜੇ ਕੁਝ ਵੀ ਨਹੀਂ ਹੈ, ਦਿਖਾਈ ਦੇਂਦਾ ਟੁਕੜੇ ਟੁਕੜੇ ਸਭ ਕੁਝ ਜੁੜਿਆ ਹੋਇਆ। ਇਸ ਤਰ੍ਹਾਂ ਇੱਕ ਦਿਖਾਈ ਦਿੱਤਾ ਤਾਂ ਆਪ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਵਾਕ ਨਿਕਲਿਆ, ਇੱਕ, ਹੁਣ ਉਸ ਇੱਕ ਦੀ ਵਜ਼ਾਹਤ, ਉਸ ਇੱਕ ਦਾ ਖੁਲਾਸਾ, ਉਸ ਇੱਕ ਦੇ ਸਰੂਪ ਦੀ ਗੱਲ, ਉਸ ਇੱਕ ਦੇ ਸੁਭਾਅ ਦੀ ਗੱਲ, ਤੋ ਕਿਹਾ ਓੰਕਾਰ। ਇੱਕ ਕੀ ਓੰਕਾਰ, ਉਸੇ ਤੋਂ ਉਤਪਤੀ ਹੈ, ਉਸੇ ਤੋਂ ਪਾਲਣਾ ਹੈ ਔਰ ਉਸੇ ਤੋਂ ਨਾਸ ਹੈ। ਓੰਕਾਰ ਇੱਕ ਧੁਨੀ, ਇੱਕ ਧਮਾਕਾ, ਇੱਕ ਸ਼ਬਦ ਜਿਸ ਵਿੱਚ ਸਭ ਕੁਝ ਚੱਲ ਰਿਹਾ ਹੈ, ਧੁਨੀ ਮੌਜੂਦ ਹੈ। ਉਹ ਇੱਕ ਇਸ ਧੁਨ ਦੇ ਰੂਪ ਵਿੱਚ ਮੌਜੂਦ ਹੈ ਔਰ ਇਸੇ ਧੁਨੀ ਵਿੱਚ ਜਨਮ, ਜੀਵਨ ਤੇ ਮਰਨ ਦਾ ਪ੍ਰਵਾਹ ਚੱਲ ਰਿਹਾ। ਜਮ ਰਹੇ ਨੇ ਸੂਰਜ, ਜੀ ਰਹੇ ਨੇ ਸੂਰਜ, ਮਿਟ ਰਹੇ ਨੇ ਸੂਰਜ, ਪੈਦਾ ਹੋ ਰਹੇ ਨੇ ਗ੍ਰਹਿ, ਨਛੱਤਰ ਤਾਰੇ, ਟਿਕ ਰਹੇ ਨੇ, ਮਿਟ ਰਹੇ ਨੇ, ਪੈਦਾ ਹੋ ਰਹੇ ਨੇ ਜੀਵ ਜੰਤੂ, ਟਿਕ ਰਹੇ ਨੇ, ਮਿਟ ਰਹੇ ਨੇ, ਸਾਰਾ ਪ੍ਰਵਾਹ ਉਸ ਓੰਕਾਰ ਦੇ ਚੱਲ ਰਿਹਾ। ਉਹ ਇੱਕ ਸੱਤ ਹੈ, ਮਿੱਥ ਨਹੀਂ, ਕਲਪਨਾ ਨਹੀਂ ਹੈ। ਜੈਸੇ ਕੋਈ ਸ਼ਾਇਰੀ, ਸ਼ਾਇਰ ਦਾ ਤਖੱਯਲ ਤੇ ਹੁੰਦਾ ਹੈ, ਹਕੀਕਤ ਨਹੀਂ ਹੁੰਦੀ। ਕਵਿਤਾ ਕਿਸੇ ਕਵੀ ਦੀ ਕਲਪਨਾ ਤੇ ਹੁੰਦੀ ਹੈ, ਸਚਾਈ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨੇ ਇਹ ਕਲਪਨਾ ਨਹੀਂ, ਸੱਤ ਭਾਵ ਉਹ ਹੈ, ਹੋਂਦ ਵਾਲਾ ਹੈ, ਮਿੱਥ ਨਹੀਂ ਹੈ, ਸੱਤ ਹੈ। ਉਹ ਜੋ ਇੱਕ ਹੈ ਫਿਰ ਉਸੇ ਦਾ ਹੀ ਨਾਮ ਹੈ, ਉਹ ਸਤ ਹੈ, ਉਸ ਦਾ ਨਾਮ ਸਤ, ਉਸ ਦੀ ਹਸਤੀ ਸਤ। ਉਹ ਜੋ ਇੱਕ ਹੈ ਸਭ ਦਾ ਕਰਤਾ ਹੈ ਔਰ ਉਸ ਦਾ ਕਰਤਾ ਕੋਈ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ। ਸਭ ਕੁਝ ਦੇ ਨਾਸ ਕਰਨ ਵਾਲਾ, ਸਭ ਕੁਝ ਦੇ ਬਣਾਉਣ ਵਾਲਾ, ਸਭ ਕੋ ਕਾਲ ਸਭਨ ਕੋ ਕਰਤਾ। ਚਾਹੇ ਰੇਤ ਦਾ ਜ਼ਰਰਾ ਹੈ ਤੇ ਚਾਹੇ ਸੂਰਜ ਹੈ, ਚਾਹੇ ਕੀੜਾ ਪਤੰਗਾ ਹੈ ਤੇ ਚਾਹੇ ਮਨੁੱਖ ਹੈ, ਚਾਹੇ ਇਹ ਧਰਤੀ ਹੈ ਜਾਂ ਗ੍ਰਹਿ ਨਛੱਤਰ ਤਾਰੇ ਨੇ, ਸਭ ਕੋ ਕਾਲ ਸਭਨ ਕੋ ਕਰਤਾ। ਸਭ ਦਾ ਉਹ ਕਰਤਾ ਹੈ, ਪਰ ਐਸਾ ਕਰਤਾ ਕਿ ਆਪਣੀ ਕ੍ਰਿਤ ਦੇ ਵਿੱਚ ਬੈਠਾ ਹੈ। ਇਸ ਨੂੰ ਇਸ ਤਰ੍ਹਾਂ ਉਦਾਹਰਣ ਦੇ ਸਕਦੇ ਹਾਂ, ਜੈਸੇ ਮਾਂ-ਬਾਪ ਤੋਂ ਇਹ ਸਰੀਰ ਆਇਆ ਹੈ, ਤੋ ਸਰੀਰ ਦੇ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ। ਹਰ ਇੱਕ ਸਰੀਰ ਦੇ ਵਿੱਚ, ਚਾਹੇ ਸਰੀਰ ਇਸਤਰੀ ਦਾ ਹੈ, ਚਾਹੇ ਸਰੀਰ ਪੁਰਸ਼ ਦਾ ਹੈ, ਹਰ ਸਰੀਰ ਦੇ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ। ਓੰਕਾਰ ਤੋਂ ਇਹ ਸਾਰਾ ਸੰਸਾਰ ਆਇਆ ਹੈ, ਸਾਰਾ ਬ੍ਰਹਿਮੰਡ ਆਇਆ ਹੈ। ਤੋ ਇਹ ਧੁਨ ਸਾਰਿਆਂ ਦੇ ਵਿੱਚ ਹੈ, ਇਹ ਸ਼ਕਤੀ ਸਾਰਿਆਂ ਦੇ ਵਿੱਚ ਹੈ। ਸੁਣਾਈ ਨਹੀਂ ਦੇ ਰਹੀ ਕਿਉਂਕਿ ਧਿਆਨ ਬਾਹਰ ਮੁਖੀ ਹੈ। ਮਹਾਰਾਜ ਕਹਿੰਦੇ ਨੇ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਥ। ਇਹ ਧੁਨੀ ਓੰਕਾਰ ਦੀ ਤੇ ਘਟ ਘਟ ਦੇ ਚ ਵੱਜ ਰਹੀ ਹੈ, ਨਹੀਂ ਸੁਣਾਈ ਦੇਂਦੀ। ਕਦੀ ਮਨੁੱਖ ਅੰਤਰਮੁਖੀ ਹੋਵੇ ਤੇ ਸੁਣੇ, ਔਰ ਜਦ ਅੰਤਰਮੁਖੀ ਹੋ ਕੇ ਇਸ ਨਾਦ ਨੂੰ ਸੁਣੇਗਾ ਤੋ ਇਹ ਅਨੇਕਾਂ ਤਰ੍ਹਾਂ ਦੇ ਸਾਜ਼, ਅਨੇਕਾਂ ਤਰ੍ਹਾਂ ਦੀ ਆਵਾਜ਼ ਹੋਵੇਗੀ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸਿਉ ਕਈਨ, ਕੇਤੇ ਗਾਵਣ ਹਾਰੇ। ਕਈ ਤਰ੍ਹਾਂ ਦੇ ਰਾਗ ਦੀ ਧੁਨ,
ਤੇ ਕਈ ਤਰ੍ਹਾਂ ਦੇ ਸਾਜ਼ਾਂ ਦੀ ਧੁਨ। ਐਸਾ ਸੰਗੀਤ ਜੋ ਜੀਵਨ ਦੇ ਸਾਰੇ ਦੁੱਖਾਂ ਨੂੰ ਮਿਟਾ ਦੇਵੇ ਤੇ ਪਰਮ ਆਨੰਦ ਦੀ ਉਪਲਬਧੀ ਕਰਾ ਦੇਵੇ। ਉਹ ਆਪਣੀ ਕ੍ਰਿਤ ਦੇ ਵਿੱਚ ਬੈਠਾ ਹੈ, ਆਨੰਦ ਸਰੂਪ ਸ਼ਬਦ ਰੂਪ ਵਿੱਚ। ਉਹ ਜੋ ਇੱਕ ਹੈ, ਉਸ ਦੇ ਵਿੱਚ ਭੈ ਨਹੀਂ ਹੈ, ਉਸ ਵਿੱਚ ਵੈਰ ਨਹੀਂ ਹੈ, ਨਿਰਭਉ ਨਿਰਵੈਰ। ਉਹ ਜੋ ਇੱਕ ਹੈ, ਉਸ ਵਿੱਚ ਸਮਾਂ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਆਪ ਦੀ ਗਿਆਤ ਲਈ ਅਰਜ਼ ਕਰਾਂ, ਇੱਕ ਤੇ ਸਮਾਂ ਆਪ ਨਾਪਦੇ ਤੋਲਦੇ ਹੋ, ਇਹ ਧੁੱਪ ਛਾਂ ਦੀ ਗਰਦਿਸ਼ ਨੂੰ ਵੇਖ ਕੇ। ਇਸ ਤਰ੍ਹਾਂ ਦੀਆਂ ਘੜੀਆਂ ਬਣੀਆਂ ਹੋਈਆਂ ਨੇ, ਦਰਬਾਰ ਸਾਹਿਬ ਦੇ ਵਿੱਚ ਵੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਬਣਾਈ ਸੀ, ਪੁੱਲ ਦੇ ਉੱਤੇ ਲੱਗੀ ਹੋਈ ਹੈ। ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਧੁੱਪ ਛਾਂ ਦੇ ਨਾਲ ਦਿਨ ਨੂੰ ਸਮਾਂ ਦੱਸ ਸਕਦੀ ਹੈ, ਰਾਤ ਨੂੰ ਨਹੀਂ। ਕਿਉਂਕਿ ਧੁੱਪ ਛਾਂ ਨਾਲ ਪਤਾ ਚੱਲਦਾ ਹੈ ਹੁਣ ਇੱਕ ਪੈਰ ਲੰਘ ਗਿਆ, ਦੂਜਾ ਪੈਰ ਸ਼ੁਰੂ ਹੋ ਗਿਆ, ਤੀਜਾ ਪੈਰ ਹੈ। ਔਰ ਸ਼ਾਮ ਪੈਂਦਿਆਂ ਸੂਰਜ ਦੇ ਗਰੂਬ ਹੁੰਦਿਆਂ ਫਿਰ ਉਹ ਘੜੀ ਕੰਮ ਨਹੀਂ ਕਰ ਸਕਦੀ, ਕਿਉਂਕਿ ਧੁੱਪ ਛਾਂ ਨਾਲ ਉਹ ਵਕਤ ਦੱਸਦੀ ਹੈ। ਰਾਤ ਦਾ ਸਮਾਂ ਲੋਕੀ ਨਾਪਦੇ ਸਨ ਕਹਿ ਕਸ਼ਾਂ ਨੂੰ ਵੇਖ ਕੇ, ਸਪਤ ਰਿਸ਼ੀਆਂ ਨੂੰ ਵੇਖ ਕੇ, 7 ਤਾਰਿਆਂ ਨੂੰ ਦੇਖ ਕੇ। ਰਾਤ ਕਿਤਨੀ ਲੰਘ ਗਈ ਹੈ, ਪਹਿਲਾ ਪੈਰ ਲੰਘ ਗਿਆ, ਦੂਜਾ ਪੈਰ ਹੈ ਲੰਘ ਗਿਆ, ਹੁਣ ਤੀਜਾ ਪੈਰ ਹੈ, ਹੁਣ ਧਰੁਵ ਤਾਰਾ ਨਿਕਲ ਆਇਆ ਹੈ, तो रात ਦਾ ਚੌਥਾ ਪੈਰ ਹੈ। ਫਿਰ ਸਾਇੰਸ ਦਾ ਯੁੱਗ ਆਇਆ ਔਰ ਸਮੇਂ ਨੂੰ ਸਹੀ ਢੰਗ ਨਾਲ ਵੇਖ ਸਕੀਏ, ਸੈਕਿੰਡ ਮਿੰਟ ਘੰਟੇ, तो ਹਰ ਹੱਥ ਦੇ ਉੱਤੇ ਘੜੀ ਆ ਗਈ, ਸਮੇਂ ਦਾ ਬਹੁਤ ਵੱਡਾ ਬੋਧ। ਲੇਕਿਨ ਇੱਕ ਘੜੀ ਸਮੇਂ ਨੂੰ ਨਾਪਣ ਤੋਲਣ ਦਾ ਇੱਕ ਪੈਮਾਨਾ ਪਰਮਾਤਮਾ ਨੇ ਸਾਡੇ ਅੰਦਰ ਬਣਾਇਆ ਹੈ। ਤੁਸੀਂ ਆਖੋਗੇ ਉਹ ਕਿਸ ਤਰ੍ਹਾਂ, ਔਰ ਇਹ ਵੀ ਮੈਂ ਅਰਜ਼ ਕਰਾਂ, ਉਹ ਪੈਮਾਨਾ ਸਾਡੇ ਇਸ ਪੈਮਾਨੇ ਨਾਲ ਮੇਲ ਨਹੀਂ ਖਾਂਦਾ ਵੀ ਜਿਹੜਾ 1 ਮਿੰਟ ਲੰਘ ਗਿਆ, ਘੰਟਾ ਲੰਘ ਗਿਆ, ਇਸ ਨਾਲ ਮੇਲ ਨਹੀਂ ਖਾਂਦਾ। ਮਨੁੱਖ ਦੁੱਖ ਦੇ ਚ ਬੈਠਾ ਹੈ, ਬੇਚੈਨ ਹੈ। 1 ਮਿੰਟ ਇੰਜ ਲੰਘਦਾ ਹੈ ਜਿਵੇਂ 1 ਦਿਨ। ਪਰੇਸ਼ਾਨ ਹੈ, ਬੇਚੈਨ ਹੈ, ਦੁੱਖ ਹੈ, ਪੀੜਾ ਹੈ, ਦਰਦ ਹੈ। 1 ਦਿਨ ਇਸ ਤਰ੍ਹਾਂ ਲੰਘਦਾ ਜਿਵੇਂ 1 ਸਾਲ। ਹੁਣ 1 ਦਿਨ 1 ਸਾਲ ਤੇ ਨਹੀਂ ਹੈ, ਪਰ ਦੁੱਖ ਨੇ ਸਮੇਂ ਨੂੰ ਲੰਬਾ ਕਰ ਦਿੱਤਾ ਹੈ, ਬੇਚੈਨੀ ਨੇ ਸਮੇਂ ਨੂੰ ਲੰਬਾ ਕਰ ਦਿੱਤਾ ਹੈ। ਸੂਫੀ ਸੰਤ ਬਾਬਾ ਫਰੀਦ, ਜਿਨ੍ਹਾਂ ਦਾ ਕਲਾਮੇ ਪਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਆਪ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ, ਦੁੱਖ ਦੁੱਖ ਉਠਨ ਪਾਸ। ਬਹੁਤ ਲੰਬੀ ਹੋ ਗਈ ਇਹ ਰਾਤ, ਨਹੀਂ ਲੰਘਦੀ। ਕਿਉਂ? ਦੁਖਣਾ ਹੈ, ਹੌਕੇ ਨੇ, ਹੌਕੇ ਵਿਛੋੜੇ ਚ ਨਿਕਲਦੇ ਨੇ। ਪਰਿਵਾਰ ਦਾ ਵਿਛੋੜਾ, ਮਿੱਤਰਾਂ ਦਾ ਵਿਛੋੜਾ, ਪੁੱਤਰਾਂ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਪ੍ਰਭਤਾ ਦਾ ਵਿਛੋੜਾ ਜਾਂ ਪ੍ਰਭੂ ਦਾ ਵਿਛੋੜਾ, ਖੁਦਾ ਦਾ ਵਿਛੋੜਾ ਤੜਪਾਏਗਾ, ਪੀੜਾ ਹੋਵੇਗੀ, ਸਮਾਂ ਲੰਬਾ ਹੋ ਜਾਏਗਾ। ਫਰੀਦਾ ਰਾਤੀ ਵੱਡੀਆਂ, ਰਾਤ ਬਹੁਤ ਲੰਬੀ ਹੋ ਗਈ। ਕਿਉਂ? ਰਾਤ ਤੇ ਆਪਣੇ ਢੰਗ ਨਾਲ ਚੱਲ ਰਹੀ ਹੈ? ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਰ ਇੱਕ ਮਨੁੱਖ ਦੇ ਮਾਨਸਿਕ ਤਲ ਤੇ ਦਿਨ ਤੇ ਰਾਤ ਅਲੱਗ-ਅਲੱਗ ਚੱਲ ਰਹੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਢੰਗ ਨਾਲ ਇੱਕ ਮਨੁੱਖ ਦਾ ਦਿਨ ਲੰਘਿਆ ਅੱਜ, ਦੂਜੇ ਦਾ ਉਸੇ ਢੰਗ ਨਾਲ ਲੰਘਿਆ ਹੋਵੇ ਜ਼ਰੂਰੀ ਨਹੀਂ। ਇੱਕ ਢੰਗ ਨਾਲ ਕਿਸੇ ਦੇ ਰਾਤ ਬਤੀਤ ਹੋਈ ਹੈ, ਸਾਰਿਆਂ ਦੀ ਉਸੇ ਢੰਗ ਨਾਲ ਬਤੀਤ ਹੋਈ ਹੋਵੇ, ਕਤਈ ਨਹੀਂ। ਐਸਾ ਬਿਲਕੁਲ ਨਹੀਂ ਹੈ। ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ। ਬਾਬਾ ਫਰੀਦ ਨੇ ਤੇ ਇਤਨਾ ਕਹਿ ਦਿੱਤਾ ਹੈ, ਰਾਤ ਲੰਬੀ ਹੋ ਗਈ। ਪਰ ਹੁਣ ਪੁੱਛੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਰੱਬੀ ਵਿਛੋੜੇ 'ਚ ਜਦ ਮਨ ਤੜਪਦਾ ਹੈ ਤੇ ਦਿਨ ਤੇ ਰਾਤ ਕਿਤਨੀ ਲੰਬੀ ਹੋ ਜਾਂਦੀ ਹੈ।
गुरु अर्जन देव जी महाराज कहते ने, 4 पहर 4 जुगे समाने, रैण भई तब अंत न जाने। दिन दे 4 पैर 4 युगां वर्गे हो गए, नहीं लंघदे। 4 युग कम से कम 7-7.5 लाख साल। 4 पहर 4 जुगे समाने, रैण भई तब अंत न जाने। रात आई है कि कितने युगां वर्गी है, कही नहीं सकते, नहीं लंघदी। दुख दे समा लंबा हो जाता है। ईश्वर किसी नूं पीड़ा ना देवे, और मैं ये अर्ज करा, सारे सुख भुल जाते ने, पीड़ा नहीं भुलदी। इस वास्ते संस्कृत दे च बड़ा सोहना शब्द है वेदना। वेद ज्ञान, वेदना ज्ञान। लेकिन आप दी ज्ञात लई अर्ज करा, वेदना दे अर्थ ने दर्द, पीड़ा। ऐसी वेदन उपज भरी, उपज खरी भई वाका औखद नाई। वेदन ज्ञान, वेदन पीड़ा। हैरानगी दी गल, एक शब्द दे 2 अर्थ क्यों, और 2 अर्थ भी जमीन आसमान का फासला रखते हैं। ऐसी वेदन, वेदना। दुखिया दर्द घणे, वेदन जाने तू धनी। दखणे महला 5वां। साडी वेदन तू जानदा है। हुण वेदन दे अर्थ ज्ञान, वेदन दे अर्थ पीड़ा। इक्को शब्द दे 2 अर्थ क्यों ने, और इक्को ही वक्त 2 अर्थ करने पैणगे। कारण मनुख नूं ज्ञान पीड़ा का ही आउंदा है। देखो, एक दंद दुख है तो सारा ध्यान मनुख का उसे ही दंद दे चाहुंदा है, ते जिथे ध्यान होवेगा उत्थे ही ज्ञान है। कुदरती गल, उसकी गहराई च मनुख जांदा है, ते सारा ज्ञान उस दंद दे आले दुआले परिक्रमा पिया करदा है। वेदन पीड़ा, वेदन ज्ञान, पीड़ा का ही ज्ञान आउंदा है। सुख ते भुल जांदे ने, आए ते चले गए। वेदन पीड़ा चली भी जाए तो पीड़ा का ज्ञान बनया रहिंदा है। पीड़ा दे बार बार ध्यान जाता है। अगे पिछे तो सिर का पता भी नहीं चलता, मत्थे का पता भी नहीं चलता, है भी सही कि नहीं। पर जद कदी दुखदा है, पीड़ होए, तो इंज लगता जिवें बस मैं मत्था ही हाँ, और कुछ हाँ ही नहीं। पीड़, दर्द, जिथे दर्द है ध्यान उत्थे, और उसे दा ही मनुख नूं ज्ञान होंदा है। अगे पिछे अखां दा पता ही नहीं चलता, है भी सही कि नहीं। पर जद कदी दुखणी आ जान, फिर सारा ध्यान अखां दे अगे पिछे ते कतई ख्याल नहीं आउंदा कि मेरे कन भी हैं कि नहीं। कदी एक कन दुख है तो सारा ध्यान, सारा ज्ञान उस कन दे आले दुआले परिक्रमा करता है। वेदन पीड़ा, वेदन ज्ञान। दरअसल ज्ञान ते ध्यान जिथे पीड़ा है उत्थे टिक जाते हैं। या इंज कह लो, मनुख की पीड़ा ही किसी ज्ञान नूं जन्म देंदी है। मनुख का दर्द ही ध्यान नूं खिंचदा है, और मनुख कोल जितना ज्ञान पीड़ा दा है, दर्द है, सुख दा नहीं। तो किसी कोलों भी थोड़ी जिही गठड़ी खोल के वेखी है, यकीन जानो अपने दुखों की पंड बयान करेगा, सुख उसनूं भुल गए ने, चेता ही नहीं, दुख याद ने। और महाराज ताई कहते हैं, किस पे खोलों गंठड़ी दुखी भर आया। मैं अपने दुखों की पंड किहदे अगों खोलां, क्योंकि मैं खोलन लगदा अगला पहले ही खोल के रख देंदा है। हर एक मनुख ने दुख संभाल के रखे हैं, क्यों? पीड़ा दे ध्यान चला जाता है और ज्ञान उसका होंदा है। सुख दे ना ध्यान जाता है, ना उसका ज्ञान आया। सुख दे जी लै, सुख चला गया। पर दुख दे ध्यान गहरा जुड़ता है, और दुख का ज्ञान बड़ा गहरा प्राप्त होता है। रोगी मनुख जितनी रोग की व्याख्या करते हैं,
इतने तंदुरुस्त बंदे नूं रोग दा कख भी नहीं पता, और तंदुरुस्त बंदे नूं तंदुरुस्ती दा भी नहीं पता। तंदुरुस्त बंदे कोई तंदुरुस्ती की व्याख्या करते हैं, रोगी मनुख रोगी की व्याख्या करते हैं, रोगां दी, दवाइयां दी। और यकीन जानो उसनों रोगी समझ लेना, जिहड़ा जिथे बैठे रोगां की व्याख्या करे, समझ लेना 5-7 रोग इसनों कुछ ना कुछ तो है, वरना इतनी व्याख्या क्यों करता है? इतना ज्ञान इसके कोल क्यों है? रोगां दा, पीड़ा का इतना ज्ञान है, दर्द का इतना ज्ञान है, ये रोगी है। तो खैर मुख्तसर में अर्ज करा, ध्यान ज्ञान जिथे दर्द है उत्थे ही रहिंदा है। पीड़ा दे च, दर्द दे च, दुख दे च समा लंबा हो जाता है। चाहे तंदुरुस्ती का विछोड़ा, चाहे प्रभुता का विछोड़ा, चाहे धन का विछोड़ा, संपदा का विछोड़ा, वतन का विछोड़ा, परिवार का विछोड़ा, मित्रां का विछोड़ा, पुत्रां का विछोड़ा, प्रभु का विछोड़ा। विछोड़ा अगर बहुत गहरे रूप में महसूस हो रहा है तो 1 मिनट 1 दिन वर्गा हो जाएगा, 1 दिन कई साल वर्गा। 4 पहर 4 जुगे समाने, रैण भई तब अंत न जाने। गुरु अर्जन देव जी, दिन दे 4 पहर 4 युगां वर्गे हो गए, नहीं लंघदे। रात आईए कितने युगां वर्गी है, महाराज कहते हैं मैं बयान नहीं कर सकता। एक घड़ी दिनस मुको बहुत दिहाड़ है, मन ना रहे कैसे मिलो प्यार। एक घड़ी कई दिना वर्गी है, नहीं लंघदी। दिन रात दियां घड़ियां 60 ने, गिनती इस तरह की थी, 8 पैर 60 घड़ियां। एक घड़ी महाराज कहते हैं कई दिना वर्गी है, नहीं लंघदी, नहीं गुजरदी। पीड़ा दे च, दुख दे च, संताप दे च समा लंबा हो जाता है। रस दे च, खेड़े दे च, खुशी दे च समा छोटा हो जाता है। बंदा कहना है लै अज दा दिन हुणे आया हुणे चला गया, अज दी रात हुणे आई हुणे चली गई। नहीं, ऐसा नहीं है। दिन भी अपनी चाल नाल चले, रात भी अपनी चाल नाल चली है, पर सुख ने, आनंद ने, रस ने रात नूं छोटा कर दिता है, दिन नूं छोटा कर दिता है। दुख ते पीड़ा दिन ते रात नूं वड्डा कर देंदी है। फरीदा राती वड्डियां, बहुत वड्डी हो गई है रात, बहुत लंबी हो गई है, नहीं लंघदी। दुख समय नूं लंबा कर देंदा है, सुख समय नूं छोटा कर देंदा है, और परम आनंद दे समा खो जाता है। परमात्मा की दुनिया समा नहीं है। दिन सरैन बेद नहीं शास्त्र तहां बसे निरंकारा, कहत कबीर नर तिसे ध्यावो बावरे आ संसारा। भगत कबीर कहते निरंकार दी दुनिया च दिन रात समा वक्त नहीं है। इतना आनंद समा खो गया, समाधि दे समा नहीं आउंदा। जद कोई फकीर हलूल कर जाता है, समाधि दे चला जाता है, वक्त खो जाता है। इतना रस, इतना आनंद, समा खत्म। असी कई दफा देखना, उस दिन मैं अर्ज की सी, लोकी कह देंगे ने संगीतकार ने ते समय नूं बन के रख दिता, समा ते रुक गया। उसकी गायकी, उसके गाण का ढंग, उसकी लवलीनता, उसकी एकाग्रता, श्रोतियां की एकाग्रता बन गई। उसके 2 घंटे गाण दे इंज बतीत होवे जैसे 2 मिनट। बे इसने ते समय नूं बन के रख दिता। रस दे च, सुख दे च समा छोटा हो जाता है। बेरसी दे च, दुख दे च समा लंबा हो जाता है, ते परम आनंद दे समा खो जाता है। समा होंदा ही नहीं, समाधि दे समा नहीं है। यह भी मैं अर्ज करा, जो मनुख जितना आनंद दे जीण वाला होवेगा, उसकी दुनिया च उतना ही समा खो जाएगा। जो जितना बेचैन ते दुखी होवेगा, 1 मिनट उतना ही भारू होवेगा उसते। 1 मिनट पता नहीं कितने घंटियां वर्गा, और 1 घंटा पता नहीं कितने दिना वर्गा ते कितने युगां वर्गा। अगर इस तरह का दुखी मनुख समा उसते बोझ बन जाए, काल उसते बोझ बन जाए, भार बन जाए,
ਉਹਨੂੰ ਭੁਲਾਉਣ ਵਾਸਤੇ ਆਪਣੇ ਆਪ ਨੂੰ ਬਿਜ਼ੀ ਰੱਖੇਗਾ, ਮਸਰੂਫ ਰੱਖੇਗਾ। ਕੋਈ ਮਨੋਰੰਜਨ ਚਾਹੀਦਾ ਜਾਂ ਵੱਧ ਤੋਂ ਵੱਧ ਚਲੋ ਕੋਈ ਨਸ਼ਾ ਚਾਹੀਦਾ, ਭੁਲਾਈ ਹੈ, ਕੁਛ ਨਾ ਕੁਛ ਤੇ ਕਰੇਗਾ। ਮਹਾਰਾਜ ਕਹਿੰਦੇ ਨੇ ਉਸ ਦੀ ਦੁਨੀਆ 'ਚ ਉਹ ਜੋ ਪ੍ਰਮਾਤਮਾ ਹੈ, ਸਮਾਂ ਵੀ ਨਹੀਂ ਹੈ, ਵਕਤ ਨਹੀਂ ਹੈ। ਔਰ ਕਿਧਰੇ ਐਸਾ ਨਾ ਸਮਝ ਲਓ ਕਿ ਉਹ ਕਲਪਨਾ ਮਾਤਰ ਹੈ, ਨਹੀਂ, ਮੂਰਤ ਅਕਾਲ ਮੂਰਤ ਮੂਰਤੀਮਾਨ ਹੈ, ਉਸ ਦਾ ਵਜੂਦ ਹੈ, ਉਹਦੀ ਹਸਤੀ ਹੈ। ਤੇ ਜੇ ਮੂਰਤੀਮਾਨ ਹੈ ਤੇ ਇਸ ਮੂਰਤੀ ਨੂੰ ਫਿਰ ਕਿਸੇ ਨੇ ਘੜਿਆ ਹੋਵੇਗਾ, ਬਣਾਇਆ ਹੋਵੇਗਾ। ਸਾਹਿਬ ਇੱਕਦਮ ਕਹਿੰਦੇ ਨੇ ਅਜੋਨੀ ਨਹੀਂ, ਜਮਿਆ ਨਹੀਂ ਹੈ, ਕਿਸੇ ਨੇ ਬਣਾਇਆ ਨਹੀਂ ਹੈ। ਫਿਰ ਕਿਸ ਤਰ੍ਹਾਂ ਹੈ? ਸੈਭੰ ਸਵੈੰਭੂ, ਆਪਣੇ ਆਪ ਤੋਂ ਆਪ ਭੂ ਹੋਇਆ ਹੈ, ਪ੍ਰਗਟ ਹੋਇਆ ਹੈ। ਤੋ ਇੱਥੇ ਤੱਕ ਇਸ ਤਰ੍ਹਾਂ ਸਤਿਗੁਰ ਨੇ ਵਜ਼ਾਹਤ ਕੀਤੀ ਹੈ। ਉਹ ਇੱਕ ਓੰਕਾਰ ਹੈ, ਉਹ ਇੱਕ ਸਤ ਹੈ, ਉਹ ਇੱਕ ਨਾਮ ਵਾਲਾ ਹੈ, ਇੱਕ ਕਰਤਾ ਹੈ, ਔਰ ਇੱਕ ਉਹ ਪੁਰਖ ਹੈ, ਪੂਰਿਆ ਹੋਇਆ ਹੈ। ਉਹ ਇੱਕ ਭੈ ਤੋਂ ਰਹਿਤ ਹੈ, ਵਹਿਰ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ, ਮੂਰਤੀਮਾਨ ਹੈ, ਜਨਮ ਤੋਂ ਰਹਿਤ ਹੈ, ਅਜੋਨੀ। ਔਰ ਉਹ ਇੱਕ ਸਵੈੰਭੂ ਹੈ, ਆਪਣੀ ਸਾਜਨਾ ਉਸਨੇ ਆਪ ਕੀਤੀ ਹੈ, ਸੈਭੰ। और वो जो एक है गुरु है, वो जो एक है प्रसाद है। गुरु जो सच की प्रेरणा देवे, गुरु जो सच का प्रकाश करे, गुरु जो झूठ के अंधेरे नूं तोड़े, गुरु जो अज्ञानता नूं मिटावे। ते तुसी हुण इत्थे प्रश्न कर सकते हो बई वो परमात्मा अगर गुरु है किस तरह अज्ञान मिटांदा है, किवें अज्ञान मिटांदा है? गुरु बन के। पर हुण अगर इस तरह मनदे आ गुरु बन के वो ज्ञान मिटांदा है, तो गुरु कोई होर, परमात्मा कोई होर नहीं, गुरु वही है, वो एक गुरु है। चलो ये प्रश्न पैदा करिए, खड़ा करिए आप ही। धार्मिक मंदिर, धार्मिक ग्रंथ और धार्मिक रहबरी पुरुषों का इतिहास कोई बहुत लंबा नहीं है। 5000 साल पहले श्री राम नहीं सन, 3500 साल पहले श्री कृष्ण नहीं सन, 2500 साल पहले महात्मा बुद्ध नहीं सी, और 2500 साल पहले स्वामी महावीर भी नहीं सी, 2000 साल पहले ईसा भी नहीं सी। गालबन 1450 साल पहले मोहम्मद साहब भी नहीं सन, 550 साल पहले गुरु नानक देव जी महाराज भी नहीं सन, इस रूप नहीं सन। ये इतिहास कोई बहुत लंबा नहीं है। 3000 साल पहले सनातनी मंदिर नहीं सन, बिल्कुल नहीं सन। 2000 साल पहले बौद्ध मठ नहीं सन। महात्मा बुद्ध तो 500 साल बाद ये मठां दा सिलसिला शुरू होया, और गालबन 1800 साल पहले, 1850 साल पहले ये चर्च नहीं सन। ये भी मैं अर्ज करते हैं। 1300 साल पहले मस्जिदां नहीं सन, बिल्कुल नहीं सन। ते 550 साल पहले गुरुद्वारे नहीं सन, बिल्कुल नहीं सन, एक भी नहीं सी किधरे। होर मैं अर्ज करा, 5000 साल पहले वेद नहीं सन, बिल्कुल नहीं सन। 3500 साल पहले गीता नहीं सी, उक्की नहीं सी। 2000 साल पहले धम्मपद महात्मा बुद्ध का ग्रंथ नहीं सी। महात्मा बुद्ध तो 500 साल बाद दिच लिखिया गया है। लंका दिच बौद्ध भिक्षु इकट्ठे होए ते सारियां ने फैसला किया कि
महात्मा बुद्ध का जो उपदेश ते संदेश जो बोल सन वो तो खोंदे जा रहे हैं, भुलते जा रहे हैं असी। और किधरे ऐसा ना होवे सच्चाई भुलते जाइए तो कुछ एवं खामा खा होर विचे जुड़ जाए तो लिखती रूप देइए। तो धम्मपद लंका दे लिखिया गया, श्रीलंका दे बौद्ध भिक्षु इकट्ठे होके उन्होंने लिखे। महात्मा बुद्ध तो 500 साल बाद, 2000 साल पहले धम्मपद नहीं सी, 1500 साल पहले बाइबल नहीं सी। ईसा तो 500 साल बाद लिखी गई है, ईसा ने नहीं लिखी। और इसी तरीके दे नाल गालबन 1300 साल पहले कुरान शरीफ नहीं सी, उक्की नहीं सी। 460 साल पहले गालबन धन गुरु ग्रंथ साहब जी महाराज का यह रूप नहीं सी जो असी अज दर्शन करते हैं ते देखते हैं। ये नहीं सी, बिल्कुल नहीं सी। तो फिर हुण मन लईए कि धर्म का इतिहास तो कोई बहुत पुराना नहीं, वध तो वध 5000 साल पहले। क्योंकि वेद जैसे कहते ने हिंदू, वेद सब तो पुराने ने भारत देश। सिख कह सकते ने धन गुरु ग्रंथ साहब जी सब तो नवे ने। जैसे मिडल ईस्ट देश कहा जाता है यहूदी धर्म सब तो पुराना धर्म है, और बड़े मान नाल आख्या जाता है इस्लाम नवा धर्म है, अखीरला धर्म है, नवा है। यहूदियों ने इस गल ते मान असी घट तो घट 3000 साल पुराने हैं। आदि धर्म है साडा, पुराना है। तालमूद पुरानी है, सब तो पहले। पर मुसलमान कहते नहीं, सब तो आखिरी पैगंबर मोहम्मद साहब, अखीरली किताब कुरान शरीफ, सब तो नवा धर्म इस्लाम। हिंदुस्तान दे सनातन दे अखरी अर्थ ने पुराना, सनातन मत, पुराना मत। सनातन दे अखरी अर्थ यही ने और कुछ भी नहीं है। सनातन पुराना, पुराना आदि। सब तो पुराना मत धर्म सनातन हिंदू मत मान नाल कहंदे ने। वेद 5000 साल पुराने ने। सिख कह देंदे ने सब तो नवा धर्म गुरमत, सिख मत। ये अपने इस ढंग दे कहने ते चलो 3000 साल का दावा ते 5000 साल का दावा मन लईए तो 5000 साल पिछे धर्म नहीं सी। फिर कोई रब दी होंद नहीं सी, कोई भगत नहीं सन, क्योंकि वेद ते है नहीं सन, धम्मपद भी नहीं सी, गीता भी नहीं सी, बाइबल भी नहीं सी, कुरान शरीफ भी नहीं सी, अंजील भी नहीं सी, तालमूद भी नहीं सी, गुरु ग्रंथ साहब जी महाराज की रूपरेखा भी नहीं सी, गुरुद्वारे भी नहीं सन, मस्जिदां भी नहीं सन, चर्च भी नहीं सन, बौद्ध मठ भी नहीं सन, जैन मंदिर भी नहीं सन, सनातनी मंदिर भी नहीं सन। ये इतिहास कोई बहुत पुराना नहीं है। मैं जब अपने ढंग नाल इसनूं वाचण दी ते खोजण दी कोशिश की थी, हैरान एक दिन किधरे ख्याल पैदा होया कि पहला भगत जमीन ते कौन होवेगा। एवें ख्याल आया मैनू। तो इस ख्याल ने मैनू इतना हैरान कर दिता। धार्मिक इतिहास 5000 साल तो कोई पुराना है ही नहीं, है ही नहीं। तो कम से कम मन लईए 5000 साल पहले कोई भगत गुणी ज्ञानी संत महात्मा है ही नहीं सी, क्योंकि है ही नहीं, कोई लिखती नहीं मिलता, कोई प्रूफ नहीं ने, कोई सबूत नहीं ने। डॉक्टर राधा कृष्ण कहते ने घट तो घट वेद 5000 साल पुराने ने। और इस तरह ही
ਅੱਜ ਦੇ ਵਿਦਵਾਨ ਬ੍ਰਾਹਮਣ ਕਹਿੰਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੰਪਾਦਨਾ ਜੋ ਕੀਤੀ ਗਈ ਤੇ ਪਹਿਲਾ ਪ੍ਰਕਾਸ਼ ਹੋਇਆ ਘੱਟ ਤੋਂ ਘੱਟ 460 ਸਾਲ, ਇਤਨਾ ਹੀ ਅਰਸਾ ਬਣਦਾ, ਜ਼ਿਆਦਾ ਨਹੀਂ। तो हुण मन लईए 5000 साल पिछे धर्म नहीं सी, ते मिडिल ईस्ट दे च मन लईए 3000 साल पहले कोई धर्म नहीं सी, क्योंकि मूसा इस तो पहले ते कोई लिखत मिलती नहीं। तालमूद तो कोई पुराना धर्म ग्रंथ मिलता नहीं। कुरान शरीफ नवी, तालमूद पुराने, वेद पुराने, धन गुरु ग्रंथ साहब जी महाराज नवे। पर कितने भी पुराने 3000 साल इस ब्रह्मंड नूं बनिया अरबां खरबां साल हो गए और कई बार पसरियो पासारा। महाराज कहते इस तरह का पसारा कई दफा हो चुके हैं। हरन भरन जांका नेत्र फोर, अख दी पलक थल्ले तो उपर आउंदी, पता नहीं कितनियां पृथ्वियां बन रही ने, कितने सूरज बन रहे हैं, कितने चंद्रमा बन रहे हैं। और इस अख दी पलक विच पता नहीं कितने मनुख जन्म पै लैंदे ने, और इसे तरीके दे नाल कितने जीव जंतु पै आउंदे ने, कितने सूरज आ रहे हैं। इन्ना पसारा, ये सब कुछ ते अनादि है। ते धर्म सिर्फ 5000 साल पुराना मन लईए। अगर कहिए नहीं इस तो पहले भी सी, तो फिर एक प्रश्न खड़ा होता है किहड़े धर्म ग्रंथ तो ज्ञान लिया, क्योंकि धर्म ग्रंथ ये तो है नहीं सन। किस मंदिर विच बैठ के उसने सत्संग किया, क्योंकि मंदिर मस्जिद चर्च गुरुद्वारे ते है नहीं सन। किस अवतारी पुरुष नाल जुड़ के उसने परमात्मा का सबक लिया, क्योंकि ये तो है ही नहीं सन। मैं फिर दोहरा दें, 5000 साल पहले श्री राम नहीं सन, 3500 साल पहले श्री कृष्ण नहीं सी, 2500 साल पहले महात्मा बुद्ध ते स्वामी महावीर नहीं सन, अंदाजन 2000 साल 1996 चल रहा है, 2000 साल पहले ईसा नहीं सी। और इसी तरीके दे नाल गालबन 1450 साल पहले मोहम्मद साहब नहीं सन, 550 साल पहले गुरु नानक नहीं सन। ये तो इतिहास है, ये तो सारा इतिहास साढ़े सामने। तो धर्म दा रब्बी रस दा इतिहास वध तो वध 5000 साल दे दायरे च मन लईए, इस तो पिछे नहीं, क्योंकि इस तो पिछे धर्म दी ए रूप रेखा ते है ही कोई नहीं। ना गीता है, ना वेद ने, ना मंदिर ने, ना मस्जिदा ने, कुछ भी नहीं है। इसका जवाब धन गुरु नानक ने बड़े गजब का दिता है, मैं थोड़े सामने रखा। अगर ये सब कुछ नहीं सी ते मन लईए, फिर भी धार्मिक लोग है सन। वेदां तो पहले प्रहलाद होया है, ये भी मैं अर्ज करा सतयुग दे च होया है। राम तो पहले होया है, कृष्ण तो पहले होया है। धर्म ग्रंथां तो, धार्मिक मंदिरां तो और इन्हां अवतारी पुरुषां तो अगर पहले धर्म सी तो प्रेरणा कित्थों लई, धर्म दी कित्थों प्रेरणा लई, शिक्षा कित्थों लई, ज्ञान कित्थों लिया। इनू गुरु नानक देव जी महाराज इंज बयान करते हैं, नानक सच दातार शनाखत कुदरती। हे सच्चे, हे दयालु, मैं तेरी शनाख्त तेरी कुदरत दे चों कीती है। कुदरत ने जर्रे जर्रे दा ऐ कादर तेरा संदेश देता है। कुदरत दे एक एक कण ने तेरी खबर देती है। कुदरत दे एक एक हिस्से ने तेरी तरफ मैनू प्रेरे है। कुदरत नानक सच दातार शनाखत, शनाखत कहते हैं पहचान।
ऐ खुदा मैं तेरी पहचान की थी, मैं तेनू समझ गया, मैं तेनू जान लिया। किस तरह जानिया? किहड़े गुरु कोल जानिया, किस धर्म ग्रंथ तो पढ़िया, किहड़े मंदिर दे जाके सत्संग कीता। नानक सच दातार शनाखत कुदरती। हे कादर, कुदरत दे पत्ते पत्ते दे मैं तेरा ज्ञान पढ़िया, कुदरत दे जर्रे जर्रे चो मैनू तेरी प्रेरणा मिली। कुदरत ने हर अंग दे चों तेरे गीत सुनाए मैनू। मैं ते कुर्बान जाना इस कुदरत तो। बलहारी कुदरत वसिया, तेरा अंत ना जाए लखिया। मैं सदके हाँ इस कुदरत तो। भाई साहब भाई वीर सिंह जी की एक नज़म मैं थोड़े सामने रखा। पंजाबी दे महान शायर और अनुभवी रब्बी शायर पहलगाम दे च बैठे सन ते जिन्हां ने किधरे पहलगाम देखे, कश्मीर का सब तो खूबसूरत खिता। दो दरिया उत्थे आके मिलते हैं, चूंकि ढलान दे च आउंदे ने दरिया तो बड़ी रवानी है, बड़ी तेजी, आवाज बड़ी, इतना शोर है कि दो बंदे कोल खड़े होकर गल करन पल्ले कुछ नहीं पैंदा, इतना शोर है उन्हां दो दरियावां दा। दास ने दो तीन किताबां उत्थे ही कंडे ते बैठ के लिखियां ने। मैं हर साल महीना 2 महीने ले जाता सी, उदों हालात बहुत अच्छे सन। भाई साहब भाई वीर सिंह जी भी जून जुलाई दे अक्सर उत्थे चले जाते सन। बैठिया बैठिया उस दरिया नूं आप दे अंदरों एक नज़म फुरी है। वहंदा वगदा पानी तक के दिल मेरा वग टुरिया, डाढ़ा निर्मल स्वच्छ ते सोना दिल उस अंदर खुरिया। ऐ पर डाढ़ी चीस सी उठी जां पत्थरां नाल वज्जा, ठेडे ठुडे खा के आखिर पिछां घर नूं मुड़िया। चटाना बड़ियां, पत्थर बड़े ने, पानी टकरांदा है पिछे मुड़दा है। ठेडे ठुडे खा के आखिर पिछा घर नूं मुड़िया, पिछे मुड़दे पानी तक के मारी एक किलकारी। ठोकरां बाज न मंजिल मिलदी, दुखां बाज न यारी। बिना विछोड़े दी पीड़ा तो मिलाप किथे, बिना ठोकरां तो मंजिल किथे। ऐ पानी मिलेगा ते सही तैनू सागर, पर कितनियां चट्टानां नाल टकरा के, कितने पत्थरां नाल टकरा के, कितनी मंजिल तय करके पहुंचेगा ते सही। मैं उत्थे बैठिया एक ख्याल लिया, ऐ बूंद तू कल्ली नहीं पहुंच सकती सागर तक, सुक जाएगी रस्ते च। सूरज तैनू सुका देवेगा या जज़ब कर लेवेगी तैनू जमीन। मैं कोई 18-20 सफ़ियां दा लेख लिखिया इस ते। ऐ बूंद तैनू अरबां खरबां बूंदां दा सहारा लैके ही सागर तक पहुंचना पेगा, पर तैनू पुचांदियां पुचांदियां पता नहीं कई बूंदां सुक जाणगियां, कई जज़ब भी हो जाणगियां, तां तू किधरे पहुंच सकेंगे। इंज नहीं। ऐ मनुख पता नहीं कितने सत्संगियां दा तैनू आसरा लेना पेगा, कितने पीर पैगंबरां दा तैनू आसरा लेना पेगा, कितने अनुभवी पुरुषां दा तैनू आसरा लेना पेगा, फिर तू किधरे रब दे रस्ते ते चल सकेगा। और तैनू पुचांदियां पुचांदियां रस्ते च कई अधू रह भी जाणगे, किधरे गमां करके सुक जाणगे, किधरे पदार्थां करके जज़ब हो जाणगे। बूंद जज़ब हो गई, जमीन दे च नहीं चल सकी। बूंद नूं सुका दिता है, सूरज दियां किरणां ने नहीं पहुंच सकी सागर तक। दुख मनुख नूं सुका के रख देंदे ने। दुखी हिरदा, पीड़ित हिरदा किवें जपजी पढ़ेगा? वो जपजी पढ़दियां भी उन्होंने अपने दुख याद आणगे, गुरु नहीं याद आ सकता। ये दर्द दे च ग्रसिया होया मनुख, ये पीड़ा दे च तड़पदा होया मनुख
ਕਿਵੇਂ ਵਾਹਿਗੁਰੂ ਵਾਹਿਗੁਰੂ ਕਰੇਗਾ? ਇਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਆ ਵੀ ਆਪਣੀ ਪੀੜਾ ਨੂੰ ਯਾਦ ਕਰੇਗਾ, ਦੁੱਖ ਤੇ ਸੁਕਾ ਕੇ ਰੱਖ ਦੇਗਾ ਤੇ ਪਦਾਰਥ ਜਜ਼ਬ ਕਰ ਦੇਣਗੇ। ਇਤਨਾ ਧਨ, ਇਤਨੀ ਸੰਪਦਾ, ਇਤਨੀ ਐਸ਼ੋ ਇਸ਼ਰਤ ਜਜ਼ਬ ਹੋ ਗਿਆ, ਇਹ ਨਹੀਂ ਚੱਲਣ ਦੇਣਗੇ। ਕੁਝ ਬੂੰਦਾਂ ਸੁੱਕ ਜਾਂਦੀਆਂ, ਜ਼ਮੀਨ ਜਜ਼ਬ ਕਰ ਲੈਂਦੀ ਹੈ। ਸੂਰਜ ਦੀਆਂ ਕਿਰਨਾਂ ਸੁਕਾ ਦਿੰਦੀਆਂ ਨੇ ਔਰ ਕੁਝ ਜਜ਼ਬ ਹੋ ਜਾਂਦੀਆਂ ਨੇ ਧਰਤੀ ਦੇ ਵਿੱਚ। ਕੁਝ ਇੱਕ ਨੂੰ ਪਦਾਰਥ ਆਪਣੇ ਵਿੱਚ ਜਜ਼ਬ ਕਰ ਲੈਂਦੇ ਨੇ, ਪਰਮਾਤਮਾ ਤੱਕ ਨਹੀਂ ਪਹੁੰਚਦੇ। ਕੁਝ ਇੱਕ ਨੂੰ ਗਮ ਸੁਕਾ ਕੇ ਰੱਖ ਦਿੰਦੇ ਨੇ, ਪੀੜਾ ਦਰਦ ਸੁਕਾ ਕੇ ਰੱਖ ਦਿੰਦੇ ਨੇ, ਨਹੀਂ ਪਹੁੰਚ ਸਕਦੇ। ਅਗਰ ਕੋਈ ਨਹੀਂ ਪਹੁੰਚਿਆ ਤਾਂ ਇਹ ਦੋ ਹੀ ਕਾਰਨ ਹੋਣਗੇ, ਤੀਸਰਾ ਤੇ ਨਹੀਂ। ਕੋਈ ਸੁੱਖਾਂ ਦੇ ਵਿੱਚ ਐਸਾ ਜਜ਼ਬ ਹੋਇਆ ਹੈ, ਰਹਿ ਗਿਆ। ਕਿਸੇ ਨੂੰ ਗਮਾਂ ਨੇ ਐਸਾ ਸੁਕਾਇਆ ਹੈ, ਰਹਿ ਗਿਆ। ਇੱਕ ਬੂੰਦ ਅਰਬਾਂ ਖਰਬਾਂ ਬੂੰਦਾਂ ਦੇ ਸਹਾਰੇ ਤੇ ਹੀ ਰਵਾਨੀ ਰੱਖ ਸਕਦੀ ਹੈ, ਵੰਜਰਾ ਜ਼ਮੀਨ ਤੇ ਨਹੀਂ ਚੱਲ ਸਕਦੀ। ਕੱਲੀ ਬੂੰਦ ਕਿਸ ਤਰ੍ਹਾਂ ਚਲੇਗੀ? ਜ਼ਮੀਨ ਹੀ ਜਜ਼ਬ ਕਰ ਲੇਗੀ, ਸੂਰਜ ਦੀ ਕਿਰਨ ਹੀ ਜਜ਼ਬ ਕਰ ਲੇਗੀ। ਐ ਮਨੁੱਖ, ਕੱਲਿਆਂ ਇਹ ਵਾਟ ਤੇਰੇ ਕੋਲ ਨਹੀਂ ਤੈਅ ਹੋਣੀ, ਬੜੀ ਲੰਬੀ ਵਾਟ ਹੈ। ਵਾਟ ਹਮਾਰੀ ਖਰੀ ਉਡੇਣੀ, ਖੰਨਿਓਂ ਤਿੱਖੀ ਬਹੁਤ ਭੇਣੀ। ਇਹ ਬਾਰੀਕ ਰਸਤਾ ਤੇ ਬਿਖਮ ਰਸਤਾ ਨਹੀਂ ਤੇਰੇ ਕੋਲ ਤੈਅ ਹੋਣਾ। ਪਤਾ ਨਹੀਂ ਕਿਤਨੇ ਸੰਤਾਂ ਦਾ ਆਸਰਾ ਲੈਣਾ ਪਏਗਾ, ਕਿਤਨੇ ਗ੍ਰੰਥਾਂ ਦਾ ਆਸਰਾ ਲੈਣਾ ਪਏਗਾ, ਕਿਤਨੇ ਅਵਤਾਰਾਂ ਦੀ ਬਾਂਹ ਪਕੜਨੀ ਪਏਗੀ, ਕਿਤਨੇ ਸਤਸੰਗੀਆਂ ਕੋਲ ਬੈਠਣਾ ਪਏਗਾ। ਪਤਾ ਨਹੀਂ ਕਿਧਰੇ ਕਿਧਰੇ ਤੈਨੂੰ ਕਿਤਨੇ ਆਸਰੇ ਲੱਭਣੇ ਪੈਣਗੇ ਔਰ ਤੈਨੂੰ ਆਸਰਾ ਦੇਂਦਿਆਂ ਦੇਂਦਿਆਂ ਪਤਾ ਨਹੀਂ ਕਿਤਨੇ ਬੇਆਸਰੇ ਹੋ ਜਾਣਗੇ, ਰਹਿ ਜਾਣਗੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤਨੇ ਉਪਦੇਸ਼ਕ ਨੇ, ਕਿੱਥੇ ਸਾਰੇ ਪਹੁੰਚਦੇ ਨੇ, ਕਿਤਨੇ ਸਤਸੰਗੀ ਨੇ ਜਿਨ੍ਹਾਂ ਤੋਂ ਲੋਕੀ ਪ੍ਰੇਰਨਾ ਲੈਂਦੇ ਨੇ, ਤਾਂ ਕੋਈ ਸਾਰੇ ਥੋੜੀ ਪਹੁੰਚਦੇ ਨੇ, ਰਹਿ ਜਾਂਦੇ ਨੇ। ਪਰ ਇੱਕ ਦੂਜੇ ਤੋਂ ਸਾਰੇ ਹੀ ਪ੍ਰੇਰਨਾ ਲੈਂਦੇ ਨੇ। ਇੱਕ ਦੋ ਤਿੰਨ ਸਾਰੀਆਂ ਬੂੰਦਾਂ ਆਪਸ ਦੇ ਸਹਿਯੋਗ ਬਣਾ ਕੇ ਚੱਲਦੀਆਂ ਨੇ। ਅਗਰ ਇੱਕ ਪਹੁੰਚੀ ਸਾਗਰ ਤੱਕ ਤਾਂ ਬਾਕੀਆਂ ਦੇ ਸਹਿਯੋਗ ਨਾਲ ਉਂਝ ਨਹੀਂ ਪਹੁੰਚ ਸਕਦੀ। ਕੱਲੀ ਬੂੰਦ ਦੇ 'ਚ ਸਮਰੱਥਾ ਹੀ ਨਹੀਂ ਹੈ। ਅਗਰ ਇਹ ਕੁਦਰਤ ਨਾ ਆਉਂਦੀ ਤਾਂ ਕਾਦਰ ਕਿਸ ਤਰ੍ਹਾਂ ਚੇਤੇ ਆਉਂਦਾ? ਗੁਰੂ ਨਾਨਕ ਕਹਿੰਦੇ ਨੇ, ਕੁਦਰਤ ਮੇਰਾ ਗੁਰੂ ਬਲਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਕੁਦਰਤ ਨੇ ਦੇ ਜ਼ਰਰੇ ਜ਼ਰਰੇ ਨੇ ਮੈਨੂੰ ਤੇਰਾ ਦਰਸ ਦਿੱਤਾ ਹੈ, ਤੇਰਾ ਉਪਦੇਸ਼ ਦਿੱਤਾ ਹੈ, ਤੇਰਾ ਗਿਆਨ ਦਿੱਤਾ ਹੈ, ਤੇਰੀ ਪ੍ਰੇਰਨਾ ਦਿੱਤੀ ਹੈ। ਕਰਤੇ ਕੁਦਰਤੀ ਮੁਸ਼ਤਾਕ। ਕਬੀਰ ਵੀ ਇਸੇ ਹੀ ਸੋਚਣੀ ਦਾ ਬੰਦਾ ਹੈ, ਕਿਉਂਕਿ ਬ੍ਰਾਹਮਣ ਲੋਕ ਮੰਦਰਾਂ ਦੇ ਇਸ ਨੂੰ ਆਣ ਨਹੀਂ ਦਿੰਦੇ ਸਨ। ਸ਼ੂਦਰ ਸੀ, 5000 ਸਾਲ ਤੱਕ ਮੰਦਰਾਂ ਦੇ ਦਰਵਾਜ਼ੇ ਸ਼ੂਦਰਾਂ ਲਈ ਬੰਦ ਰਹੇ ਨੇ ਤੇ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ, ਪੜ੍ਹ ਨਹੀਂ ਸਕਦਾ ਸੀ। ਤੋ ਇਹ ਮਨੁੱਖ ਹੁਣ ਕਿੱਥੋਂ ਪ੍ਰੇਰਨਾ ਲਵੇ? ਬੜੀ ਤੀਕਸ਼ਣ ਬੁੱਧੀ ਦਾ ਮਾਲਕ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੁਬੰਦਾ ਹੋਏ। ਮਨੁੱਖ ਉਹ ਹੈ ਜੋ ਕਾਲ ਦਾ ਚਿੰਤਨ ਕਰੇ। ਤੇ ਜੈਸੇ ਕਾਲ ਦਾ ਚਿੰਤਨ ਕਰੇਗਾ, ਕਾਲ ਦੇ ਚਿੰਤਨ ਦੇ ਚੋਂ ਅਕਾਲ ਦਾ ਚਿੰਤਨ। ਜਿਸ ਨੂੰ ਆਪਣਾ ਅੰਤ ਨਹੀਂ ਦਿਖਾਈ ਦਿੱਤਾ, ਉਸ ਨੂੰ ਬੇਅੰਤ ਨਹੀਂ ਦਿਖਾਈ ਦੇ ਸਕਦਾ। ਇਸ ਵਾਸਤੇ ਗੁਰੂ ਨਾਨਕ ਨੇ ਵੀ ਸ਼ਰਤ ਲਾਈ, ਪਹਿਲੇ ਆਪਣਾ ਕਾਲ ਵੇਖ, ਫਿਰ ਤੈਨੂੰ ਅਕਾਲ ਦੇ ਦਰਸ਼ਨ ਹੋਣਗੇ। ਪਹਿਲੇ ਆਪਣੀ ਮੌਤ ਕਬੂਲ ਕਰ, ਰੱਬ ਤੋਂ ਬਾਅਦ ਦੇ 'ਚ ਹੀ ਕਬੂਲ ਕਰ ਸਕੇਗਾ, ਉਂਝ ਨਹੀਂ। ਅੰਤ ਤੋਂ ਬਾਅਦ ਬੇਅੰਤ, ਪਹਿਲਾ ਮਰਨ ਕਬੂਲ। ਜੀਵਨ ਕੀ ਛੜਾਸ। 80 ਸਾਲ ਦੇ ਬੁੱਢੇ ਜਨਮ ਦਿਨ ਪੈ ਮਨਾਉਂਦੇ ਨੇ, ਕੌਣ ਮਰਨ ਦਿਨ ਮਨਾਉਂਦਾ ਹੈ? ਇਵੇਂ ਦੇਖਿਆ ਔਰ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ, ਉੱਥੇ ਹੱਦ ਹੋ ਗਈ। 80 ਸਾਲ ਦਾ ਬੁੱਢਾ ਜਨਮ ਦਿਨ ਮਨਾ ਰਿਹਾ, ਇਹ ਮਰਨ ਦਿਨ ਕਦੋਂ ਮਨਾਵੇਗਾ? ਕਿਸ ਦਿਨ ਮਨਾਏਗਾ? ਮੈਂ ਇੱਕ ਘਟਨਾ ਬੜੀ ਪ੍ਰਤੱਖ ਦੇਖੀ। ਇੰਗਲੈਂਡ ਦੇ ਸਨ ਇੱਕ ਸਰਦਾਰ ਕਰਤਾਰ ਸਿੰਘ, ਕਿਧਰ ਕੈਨੀਆ ਦੇ ਵਿੱਚ ਉਹ ਪੁਲਿਸ ਇੰਸਪੈਕਟਰ ਰਹੇ ਨੇ, ਪਰ ਇੱਥੇ ਆ ਕੇ ਇੰਗਲੈਂਡ ਦੇ 'ਚ ਆ ਕੇ ਬਿਰਧ ਅਵਸਥਾ ਲਗਨ ਬੜੀ ਲੱਗੀ।
ਜਦੋਂ ਦਾਸ ਇੰਗਲੈਂਡ ਦੇ ਟੂਰ ਤੇ ਆਉਂਦਾ ਸੀ ਤੇ ਸਾਰੇ ਸ਼ਹਿਰਾਂ 'ਚ ਮੇਰੇ ਨਾਲ ਜਾਣਾ, ਚੱਲਣਾ। ਇਹ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ, ਗਾਲਬਨ 2 ਸਾਲ ਪਹਿਲੇ ਦੀ। ਇਹ ਸਾਰੇ ਨਾਲ ਸਨ ਦਾਸ ਦੇ। ਉੱਥੇ 1-2 ਜਥੇ ਵੀ ਨਾਲ ਚੱਲ ਰਹੇ ਸਨ। ਇਹ ਮੇਰੇ ਕੋਲ ਆਏ, ਕਹਿੰਦੇ ਨੇ ਗਿਆਨੀ ਜੀ ਮੈਂ ਅਖੰਡ ਪਾਠ ਰਖਾਣਾ ਹੈ ਔਰ ਲੰਗਰ ਵੀ ਕਰਨਾ ਹੈ, ਪਰ ਕੱਲਾ। ਬੱਚਿਆਂ ਨਾਲ ਸੰਬੰਧ ਤੋੜ ਕੇ ਬੈਠਾ, ਪਰਿਵਾਰ ਨਾਲ ਸੰਬੰਧ ਤੋੜ ਕੇ ਬੈਠਾ, ਕਿਉਂਕਿ ਉਹ ਸਿੱਖੀ ਦਾਇਰੇ 'ਚ ਨਹੀਂ ਸਨ, ਧਰਮ ਦੇ ਦਾਇਰੇ 'ਚ ਨਹੀਂ ਸਨ। ਤਾਂ ਕਹਿੰਦੇ ਸਨ ਮੇਰਾ ਤੇ ਸਾਥੀ ਉਹ ਜੋ ਧਰਮ ਦੇ ਮਾਰਗ ਤੇ ਚਲੇ, ਕਿਉਂਕਿ ਮੈਂ ਇਸ ਰਸਤੇ ਤੇ ਚੱਲ ਰਿਹਾ ਤਾਂ ਮੈਨੂੰ ਨਹੀਂ ਰਾਹੀ ਮਿਲੇ, ਘਰ 'ਚੋਂ ਨਹੀਂ ਮਿਲੇ, ਮੈਂ ਬਾਹਰੋਂ ਲੱਭਾਂਗਾ। ਤਾਂ ਕੱਲਾ, ਬਿਰਧ ਕੱਲਾ। ਤੇ ਮੈਨੂੰ ਕਹਿਣ ਲੱਗਾ ਤੁਹਾਨੂੰ ਮੈਂ ਸਾਰਿਆਂ ਨੂੰ ਜਿਹੜੇ ਤੁਹਾਡੇ ਨਾਲ ਸਾਥੀ ਨੇ 10-12 ਅਲੱਗ ਲੰਗਰ ਛਕਾਣਾ ਹੈ। ਮੈਂ ਕਿਹਾ ਬਾਬਾ ਜੀ ਇਤਨੀ ਉਮਰ ਤੁਹਾਡੀ, ਕਿਸ ਤਰ੍ਹਾਂ ਬਣਾਓਗੇ ਘਰ ਵਿੱਚ? ਕਹਿੰਦਾ ਨਹੀਂ, ਇੱਕ ਸਿੰਘ ਦਾ ਹੋਟਲ ਹੈ, ਉਹਨੂੰ ਮੈਂ ਕਵਾਂਗਾ ਪਵਿੱਤਰ ਢੰਗ ਨਾਲ ਬਣਾਵੇ, ਸੇਵਾ ਮੈਂ ਆਪ ਕਰਾਂਗਾ ਉੱਥੇ, ਤੁਸੀਂ ਮੰਨ ਜਾਓ। ਤੇ ਮੈਂ ਅਖੰਡ ਪਾਠ ਦਾ ਭੋਗ ਵੀ ਰਖਵਾਉਣਾ ਹੈ। ਤੇ ਮੈਂ ਕਿਹਾ ਕਿਸ ਸੰਬੰਧ ਵਿੱਚ? ਕਹਿੰਦਾ ਆਪਣੀ ਮੌਤ ਦੇ ਸੰਬੰਧ ਵਿੱਚ। ਮੈਨੂੰ ਦਿਖਾਈ ਦੇ ਰਹੀ ਹੈ ਬੱਚੇ ਇੱਕ ਪਾਸੇ ਨੇ, ਉਹਨਾਂ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ, ਸਭ ਦੂਰ ਦੂਰ, ਇਸ ਮਾਰਗ ਦੇ ਉਪਾਂਦੀ ਨਹੀਂ ਜਿਸ ਮਾਰਗ ਤੇ ਮੈਂ ਚੱਲਿਆ। ਤੇ ਮੈਂ ਭੋਗ ਪਵਾਉਣਾ ਹੈ। ਮੈਂ ਕਿਹਾ ਅਰਦਾਸ ਵੀ ਇਸ ਤਰ੍ਹਾਂ ਦੇ ਭੋਗ ਦੀ ਕਰਨੀ ਪਏਗੀ? ਕਹਿਣਾ ਹਾਂ। ਕਹਿੰਦੇ ਲੰਗਰ ਦੇ 'ਚ ਵੀ ਅਰਦਾਸ ਇਹੀ ਕਰਨੀ ਹੈ। ਹੈਰਾਨਗੀ। ਮੇਰੇ ਨਾਲ ਗਿਆਨੀ ਅਨੂਪ ਸਿੰਘ ਸਨ, ਕਹਿਣ ਲੱਗੇ ਇਹ ਸਠਿਆ ਗਿਆ, ਹੁਣ 80 ਦਾ ਹੋ ਗਿਆ ਨਾ, ਇਹ ਉਲਟੀ ਗੱਲ ਕਰ ਰਹੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਲੰਗਰ ਛਕਾਵੇ ਤੇ ਭੋਗ ਦੀ ਅਰਦਾਸ ਕਰੀਏ, ਇਸ ਦੀ ਜੀਵਦਾ ਜਾਗਦਾ। ਪਰ ਚੂੰਕਿ ਕਈ ਸਾਲਾਂ ਤੋਂ ਦਾਸ ਦੇ ਨਾਲ ਚੱਲ ਰਿਹਾ ਸੀ, ਉਂਝ ਸਾਰਾ ਇੰਗਲੈਂਡ ਉਸ ਨੂੰ ਜਾਣਦਾ ਸੀ, ਮਸ਼ਹੂਰ ਬੰਦਾ ਸੀ। ਜਿੱਥੇ ਵੀ ਕੋਈ ਧਾਰਮਿਕ ਸਤਸੰਗ ਹੋਵੇ ਉਹਨੇ ਪਹੁੰਚਣਾ ਹੈ, ਲਾਜ਼ਮੀ ਪਹੁੰਚਣਾ ਹੈ, ਚਾਹੇ ਕਿਤਨੀ ਦੂਰ ਹੋਵੇ। ਗਲਾਸਗੋ ਉੱਥੋਂ 500 ਮੀਲ ਦੀ ਦੂਰੀ ਤੇ ਕਿਧਰੇ ਰਹਿਣ ਸਵਾਈ ਦਾ ਪ੍ਰੋਗਰਾਮ ਹੈ ਤਾਂ ਉੱਥੇ ਵੀ ਪਹੁੰਚ ਜਾਣਾ। ਕਿਧਰੇ ਧਾਰਮਿਕ ਕਵੀ ਦਰਬਾਰ ਹੈ 300 ਮੀਲ ਦੀ ਦੂਰੀ ਤੇ ਪਹੁੰਚ ਜਾਣਾ, ਲਾਜ਼ਮੀ ਜਾਣਾ। ਤੇ ਜਿਨ੍ਹਾਂ ਦਿਨਾਂ 'ਚ ਵੱਖ-ਵੱਖ ਟਾਊਨਾਂ 'ਚ ਪ੍ਰੋਗਰਾਮ ਆਉਂਦਾ ਸੀ, ਇਹ ਨਾਲ ਚੱਲਦਾ ਸੀ। 2 ਸਾਲ ਪਹਿਲੇ ਇਸਨੇ ਪਾਠ ਦਾ ਭੋਗ ਵੀ ਪਵਾਇਆ, ਗੁਰਦੁਆਰੇ ਵੀ ਲੰਗਰ ਕੀਤਾ ਤੇ ਸਾਨੂੰ ਅਲੱਗ ਵੀ ਛਕਾ ਲਿਆ, ਅਰਦਾਸ ਵੀ ਹੋ ਗਈ। ਉੱਥੋਂ ਵੁਲਵਰਹੈਂਪਟਨ ਜਾਣਾ ਸੀ, ਇੱਕ ਸੰਤਾਂ ਦਾ ਉੱਥੇ ਡੇਰਾ ਹੈ, ਉੱਥੇ ਦਾਸ ਨੇ 3 ਦਿਨ ਕਥਾ ਕਰਨੀ ਸੀ, ਇਹ ਵੀ ਨਾਲ ਗਿਆ। ਸਵੇਰੇ ਅੰਮ੍ਰਿਤ ਵੇਲੇ ਉੱਠੇ ਆ, ਦਰਬਾਰ ਸਾਹਿਬ ਗੁਰਦੁਆਰਾ ਹਾਲ ਦੇ ਜਾਣ ਲੱਗੇ ਆ। ਮੈਨੂੰ ਕਹਿਣ ਲੱਗਾ ਮਸਕੀਨ ਜੀ ਅੱਜ ਮੈਂ ਥੋੜੀ ਦੇਰ ਬਾਅਦ ਦੇ ਚਾਹਾਂਗਾ, ਅਰਦਾਸ ਰਹਿੰਦੀ ਹੈ ਉਹ ਮੈਂ ਕਰ ਲਵਾਂ। ਤੇ ਮੈਂ ਕਿਹਾ ਸੀ ਰੁਕ ਜਾਂਦੇ ਥੋੜਾ। ਕਹਿੰਦੇ ਨਹੀਂ ਤੁਸੀਂ ਜਾਓ। ਵਾਪਸੀ ਤੇ ਅਸੀਂ ਕਥਾ ਕਰਕੇ ਆਏ ਹਾਂ, ਉਹ ਚਲਾਣਾ ਕਰਕੇ ਬੈਠੇ ਆ ਨਹੀਂ ਸੀ। ਹੈਰਾਨਗੀ ਹੋਈ ਮੈਨੂੰ। ਖੈਰ ਜਿਵੇਂ ਇੱਥੋਂ ਦਾ ਕਾਨੂੰਨ ਹੈ, ਪੁਲਿਸ ਵੀ ਆਈ, ਉਹਨੇ ਸਾਰਾ ਚੈੱਕ ਚੁੱਕ ਕੀਤਾ, ਲੈ ਗਈ ਲਾਸ਼, ਵਾਰਸ ਲੱਭਦੀ ਰਹੀ, ਪੁਲਿਸ ਨਹੀਂ ਵਾਰਸ ਲੱਭੇ। ਸਾਨੂੰ ਤੇ ਪਤਾ ਹੀ ਨਹੀਂ ਸੀ ਉਹਦਾ ਲੜਕੇ ਕਿੱਥੇ ਨੇ ਤੇ ਉਹਦੀਆਂ ਲੜਕੀਆਂ ਕਿੱਥੇ ਨੇ। ਪੁਲਿਸ ਨੇ ਲੱਭ ਲਿਆ, ਉਹਨਾਂ ਨੂੰ ਪਤਾ ਚੱਲ ਗਿਆ। ਉਹ ਵੀ ਇੰਗਲੈਂਡ ਦੇ ਕਿਧਰੇ ਕੋਨੇ 'ਚ ਇੱਕ ਪਾਸੇ ਰਹਿੰਦੇ ਸਨ, ਆਣਾ ਜਾਣਾ ਨਹੀਂ ਸੀ। ਫਿਰ ਤੇ ਸਾਰੇ ਸਤਸੰਗੀ ਪ੍ਰੇਮੀ ਸੱਜਣ ਉਹਦੀ ਅਰਥੀ ਨਾਲ ਜੋ ਹੈ ਗਏ। ਪਰ ਮੈਨੂੰ ਹੈਰਾਨਗੀ ਹੋਈ, ਅੰਤ ਦਿਸਿਆ। ਕਹਿੰਦੇ ਨੇ ਜਦ ਧਮਾਕਾ ਕੋਈ ਜ਼ਮੀਨ ਦੇ 'ਚ ਭੂਚਾਲ ਆਉਂਦਾ ਹੈ ਤਾਂ 12 ਘੰਟੇ ਪਹਿਲੇ ਚਿੜੀਆਂ ਨੂੰ ਪਤਾ ਚੱਲ ਜਾਂਦਾ ਹੈ, ਉਹ ਚੀਕਦੀਆਂ ਨੇ। ਜਾਪਾਨ ਦੇ 'ਚ ਤੇ ਇੱਕ ਚਿੜੀ ਹੈ ਖਾਸ, ਅਗਰ ਉਹ ਬੋਲੇ ਤਾਂ ਜਾਪਾਨੀ ਸਮਝ ਜਾਂਦੇ ਨੇ ਭੂਚਾਲ ਆਏਗਾ। ਜਿੱਥੇ ਵਿਸ਼ੇਸ਼ ਢੰਗ ਨਾਲ ਚਿੜੀਆਂ ਬੋਲ ਰਹੀਆਂ ਹਨ, ਭਾਰਤ ਦੇ 'ਚ ਕਹਿੰਦੇ ਨੇ ਇੱਥੇ ਨਾਗ ਕੋਬਰਾ ਸੱਪ ਹੋਵੇਗਾ ਜ਼ਰੂਰ, ਇਹਨਾਂ ਦੀ ਬੋਲ ਦੱਸਦੀ ਸੀ।
इन्हां दा बोलना दस रहा। सियाणे सोईए दस देंदे ने जमीन ते चलदे इत्थे मिठा पानी निकलेगा, इत्थे कौड़ा पानी निकलेगा। और इस तरह के सोईए मौजूद ने जमीन ते चलदियां कहते ने अंदर धमाके हो रहे ने, पता नहीं किसी वक्त भी भौचाल आ सकता है। अपने खंडवा का इलाका मध्य भारत का कई सूइयां ने कहा है भी थले धमाके हो रहे ने, कुछ भी हो सकता है। साइंटिस्ट भी हुण गए ने खोज पे कर दें। मुख्तसर जो है मैं अर्ज करा, भौचाल का पता 10 दिन 15 दिन पहले चिड़ियां नूं चल जाता है। कुछ इस तरह की संवेदना रखने वाले मनुखों को भी पता चल जाता है। मौत शरीर दे घटन लगी है, भौचाल शरीर का ही अंत हो जाना है। कईयां नूं 6 महीने पहले पता चल जाता है, कईयां नूं महीना पहले पता चल जाता है। मैनू ऐसा महसूस होया उस बाबे नूं पता चल गया सी। मैनू कहने लगा मैं थोड़ी उड़ीक करदा पिया सी, तुसीं आ गए हो। खंड पाठ रखाना है, लंगर कराना है, भोग दा दिस पिया। इन्नी वड्डी घटना घटन लगी है ना दिसे। कहते ना बहुत दुष्ट ते मलीन बुद्धि का मनुख होवे, उन्हों भी एक दिन पहले ते दिखाई दे जाता है, उदा मन बेचैन हो जाता है। अथाह व्याकुलता, इस तरह की व्याकुलता उसने कदी नहीं देखी होनी जिहड़ी उस दिन उसनों हो जाती है। इन्नी वड्डी घटना घटन लगी है तो इसका कुछ भी पहले संकेत ना मिले, कुछ भी पहले इशारा ना होवे, लाजमी होता है, हर हालत विच आउंदा है। पर मैं अर्ज करा 80-85 साल का बुढ़ा जो जन्मदिन मना रहा है, शायद इसदे कोल अक्ल नहीं होगी, पत्थर ही होगा, बिल्कुल पत्थर, दिल पत्थर, दिमाग पत्थर। हद हो गई, अजे भी तेनों अपना अंत नहीं दिखाई देता, अजे भी जन्मदिन मना रहे हैं। 85 साल 80 साल पहले जमया सी ते जन्मदिन मना रहे हैं, जन्म नाल जुड़े हैं, मर के फिर जमेगा और की करेंगे। अगर अपना अंत मना रहे हैं और अंत तू कबूल कर लिया, बेअंत दे चलीन हो जाएगा, जन्म तो रहत हो जाएगा। पहला मरण कबूल, जीवन की छड़ आस, होए सबन की रेन का, तो आओ हमारे पास। ज्ञान